ਕਿਸਾਨੀ ਅੰਦੋਲਨ ਜਿੱਤ ਲਿਆ ਗਿਆ ਹੈ। ਕਿਸਾਨਾਂ ਦੇ ਵੱਲੋਂ ਜਸ਼ਨ ਵੀ ਮਨਾਏ ਜਾ ਰਹੇ ਨੇ, ਪਰ ਹੁਣ ਪੰਜਾਬ ਦੇ ਜਿਹੜੇ ਬੁੱਧੀਜੀਵੀ ਵਰਗ ਹੈ ਉਹਨਾਂ ਦੇ ਵੱਲੋਂ ਜੂਝਦਾ ਪੰਜਾਬ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਗਈ ਹੈ। ਇਸ ਦਾ ਕੀ ਮਕਸਦ ਹੈ? ਸਾਡੇ ਨਾਲ ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਜੀ ਮੌਜੂਦ ਨੇ। ਤੁਹਾਡਾ ਸਵਾਗਤ ਹੈ ਜੀ ਅਨਮਿਊਟ ਦੇ ਵਿੱਚ। ਅੱਜ ਜੂਝਦਾ ਪੰਜਾਬ ਦੀ ਇੱਕ ਟੀਮ ਇਕੱਠੀ ਹੋਈ ਹੈ। ਪੰਜਾਬ ਦੇ ਲੋਕ ਲਗਾਤਾਰ ਉਮੀਦ ਲਗਾ ਰਹੇ ਸਨ ਕਿ ਜੋ ਵੀ ਕਿਸਾਨੀ ਸੰਘਰਸ਼ ਚੱਲਿਆ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਨਵੀਂ ਰੋਸ਼ਨੀ ਦਿਖਾਈ ਦੇ ਰਹੀ ਸੀ ਕਿ ਕੁਝ ਇਹ ਲੋਕ ਪੰਜਾਬ ਦੇ ਵਿੱਚ ਆ ਕੇ ਕਰਨਗੇ, ਕਿਉਂਕਿ ਜੋ ਰਵਾਇਤੀ ਪਾਰਟੀਆਂ ਨੇ ਪੰਜਾਬ ਦੀਆਂ ਉਸ ਤੋਂ ਲੋਕ ਬੜੇ ਤੰਗ ਹੋਏ ਨੇ। ਪੰਜਾਬ ਲਗਾਤਾਰ ਡੂੰਘੀ ਖੱਡ ਦੇ ਵਿੱਚ ਡਿੱਗਦਾ ਜਾ ਰਿਹਾ ਹੈ। ਹੁਣ ਅੱਜ ਜਿਹੜਾ ਜੂਝਦਾ ਪੰਜਾਬ ਹੈ, ਇਸ ਦਾ ਮਕਸਦ ਕੀ ਹੈ? ਕਿਉਂ ਬਣਾਈ ਗਈ ਹੈ ਇਹ? ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਭਵਿੱਖ ਦੇ ਲਈ ਇਹ ਸੰਸਥਾ ਕਰੇਗੀ? ਦੇਖੋ, ਆਪਾਂ ਸਭ ਜਾਣਦੇ ਹੀ ਹੈਗੇ ਕਿ ਵੀ ਪੰਜਾਬ ਵਿੱਚ ਇੰਨੇ ਦਸ਼ਕਾਂ ਤੋਂ ਜੋ ਵੀ ਪ੍ਰਗਤੀ ਹੋਣੀ ਚਾਹੀਦੀ ਸੀਗੀ ਉਹ ਕਿਤੇ ਉਲਟੀ ਹੀ ਜਾ ਰਹੀ ਹੈਗੀ ਹੈ। ਔਰ ਜਿਸ ਤਰ੍ਹਾਂ ਕਿ ਇੱਥੇ ਵੀ ਕਿਹਾ ਜਾ ਚੁੱਕਾ ਕਿ ਪੰਜਾਬ ਦਾ ਇੱਕ ਸਾਫ਼ ਦਿਖਾਈ ਦੇ ਰਿਹਾ ਕਿ ਡਿਕਲਾਈਨ ਬਹੁਤ ਜ਼ਬਰਦਸਤ ਹੋਇਆ ਹੈਗਾ। ਲੇਕਿਨ ਕਿਸੇ ਨੂੰ ਬਲੇਮ ਕਰਨ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਆਪ ਕੀ ਕਰ ਸਕਦੇ ਹੋ। ਤਾਂ ਆਪਣੇ ਆਪ ਜਿਹੜੇ ਅਸੀਂ ਲੋਕ ਬਾਹਰ ਹੈਗੇ ਹਾਂ, ਸਿਵਲ ਸੁਸਾਇਟੀ ਦਾ ਹਿੱਸਾ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਸੋ ਉਹ ਸਭ ਇਕੱਠੇ ਮਿਲ ਕੇ ਸੋਚ ਕੇ ਇੱਕ ਏਜੰਡਾ ਲੈ ਕੇ ਆ ਰਹੇ ਹੈ, ਇਸ਼ੂਜ਼ ਲੈ ਕੇ ਆ ਰਹੇ ਹੈਗੇ ਕਿ ਸਾਡੀ ਰਾਜਨੀਤੀ ਜਿਹੜੀ ਹੈ ਉਹ ਇਸ਼ੂ ਬੇਸਡ ਹੋਏ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਦੂਜੇ ਤੇ ਕਿੱਚੜ ਉਛਾਲਿਆ ਜਾ ਰਿਹਾ ਹੈਗਾ। ਜਦ ਵੀ ਪੋਲੀਟੀਕਲ ਅਰੀਨਾ ਦੇ ਵਿੱਚ ਲੋਕੀ ਆਉਂਦੇ ਹੈਗੇ ਆ ਤਾਂ ਉਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ, ਹੁਣ ਵੀ ਹੋ ਰਿਹਾ। ਤਾਂ ਅਸੀਂ ਇਹ ਸੋਚ ਕੇ ਆਏ ਹੈਗੇ ਕਿ ਵੀ ਘੱਟ ਤੋਂ ਘੱਟ ਜਿਹੜਾ ਹੁਣ ਅਗਲਾ 2 ਮਹੀਨੇ ਹੈਗੇ, 3 ਮਹੀਨੇ 4 ਮਹੀਨੇ ਜੋ ਵੀ ਹੈ, ਉਹਦੇ ਵਿੱਚ ਨੈਰੇਟਿਵ ਜਿਹੜਾ ਹੈਗਾ ਪੰਜਾਬ ਦਾ ਬਦਲਿਆ ਜਾਏ, ਤਾਂ ਕਿ ਪੋਲੀਟੀਕਲ ਪਾਰਟੀਆਂ ਦੇ ਉੱਪਰ ਇੱਕ ਦਬਾਅ ਆਏ ਕਿ ਵੀ ਅਸੀਂ, ਜਾਂ ਪੋਲੀਟੀਕਲ ਕੈਂਡੀਡੇਟਸ ਦੇ ਉੱਪਰ ਵੀ ਦਬਾਅ ਆਏ ਕਿ ਅਸੀਂ ਇਹਨਾਂ ਇਸ਼ੂਜ਼ ਤੇ ਗੱਲ ਕਰਨੀ ਹੈ, ਨਾ ਕਿ ਬਈ ਕਿਹਦਾ ਚਿਹਰਾ ਅੱਛਾ ਹੈ, ਕਿਹਦਾ ਚਿਹਰਾ ਮਾੜਾ ਹੈਗਾ। ਆਈ ਥਿੰਕ ਦੈਟ ਇਜ਼ ਇਨੀਸ਼ੀਏਟਿਵ ਪੀਪਲ ਹੈਵ ਕਮ ਟੂਗੇਦਰ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਆਪਣਾ ਜੂਝਦਾ ਪੰਜਾਬ ਜਿਹੜਾ ਹੈਗਾ, ਆਸ਼ਾ ਇਹ ਕਰਦਾ ਕਿ ਲੋਕੀ ਹੋਰ ਵੀ ਜੁੜਨਗੇ ਆਸਤੇ ਆਸਤੇ, ਐਂਡ ਵੀ ਵਿਲ ਬੀ ਏਬਲ ਟੂ ਚੇਂਜ ਦੀ ਨੈਰੇਟਿਵ ਬਦਲਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਕੀ ਲੱਗਦਾ ਕਿਹੜੇ ਮਸਲੇ ਤੇ ਪੰਜਾਬ ਨੂੰ ਜ਼ਿਆਦਾ ਜੂਝਣਾ ਪੈ ਰਿਹਾ? ਮਸਲੇ ਤਾਂ ਬਹੁਤ ਨੇ। ਰਾਜਨੀਤੀ ਦੀ ਗੱਲ ਤੁਸੀਂ ਕਰ ਰਹੇ ਹੋ, ਰਵਾਇਤੀ ਪਾਰਟੀਆਂ ਲਗਾਤਾਰ ਇੱਕ ਦੂਜੇ ਦੇ ਉੱਪਰ ਚਿੱਕੜੀ ਸੁੱਟ ਰਹੀਆਂ ਨੇ, ਹੋਰ ਕੁਝ ਨਹੀਂ ਹੋ ਰਿਹਾ। ਮਸਲੇ ਇੱਕ ਪਾਸੇ ਰਹਿ ਗਏ ਨੇ, ਬਸ ਕਮੇਡੀ ਸ਼ੋਅ ਬਣ ਕੇ ਰਹਿ ਗਈਆਂ ਰਾਜਨੀਤਿਕ ਪਾਰਟੀਆਂ। ਤੁਹਾਨੂੰ ਕੀ ਲੱਗਦਾ ਹੈ ਪੰਜਾਬ ਨੂੰ ਸਭ ਤੋਂ ਵੱਡਾ ਕਿਸ ਮਸਲੇ ਦੇ ਉੱਪਰ ਜੂਝਣਾ ਪੈ ਰਿਹਾ? ਦੇਖੋ, ਇਹ ਸਪਸ਼ਟ ਹੈ ਕਿ ਆਪਾਂ ਇੱਕ ਅੰਦੋਲਨ ਤੋਂ ਬਾਹਰ ਨਿਕਲ ਕੇ ਆਏ ਹੈਗੇ ਹਾਂ, ਔਰ ਅੰਦੋਲਨ ਨੇ ਇੱਕ ਦਿਖਾਤਾ ਹੈਗਾ ਕਿ ਇਹ ਡੋਮੀਨੈਂਸ ਉਹਦੇ ਵਿੱਚ ਵੀ ਆਪਾਂ ਪੰਜਾਬ ਦੇ ਕਿਸਾਨਾਂ ਦੀ ਸੀਗੀ। ਔਰ ਪੰਜਾਬ ਦੇ ਕਿਸਾਨ ਕਿਸ ਵਾਸਤੇ ਲੜ ਰਹੇ ਸੀਗੇ? ਬੇਸਿਕਲੀ ਦੇ ਵਰ ਫਾਈਟਿੰਗ ਫॉर ਐਨ ਇਕਨੋਮਿਕ ਇਕੁਐਲਿਟੀ ਕਹਿ ਲਓ, ਜਾਂ ਇਕਨੋਮਿਕ ਰਾਈਟਸ ਵਾਸਤੇ, ਜਾਂ ਆਪਣੇ ਕਾਨੂੰਨੀ ਅਧਿਕਾਰ ਚਾਹੁੰਦੇ ਸੀਗੇ। ਇਹੀ ਉਹਨਾਂ ਦਾ ਉਹ ਮੇਨ ਇਸ਼ੂ ਸੀਗਾ। ਉਹ ਮੈਨੂੰ ਲੱਗਦਾ ਕਿ ਆਪਣੇ ਪੋਲੀਟੀਕਲ ਸਿਸਟਮ ਵਿੱਚ ਵੀ ਪੰਜਾਬ ਦੇ ਇਹ ਖੇਤੀ ਇਸ਼ੂ ਬਹੁਤ ਡੋਮੀਨੇਟ ਕਰਨਾ ਚਾਹੀਦਾ, ਕਰੇਗਾ ਵੀ, ਕਿਉਂਕਿ ਇੰਨੇ ਦਸ਼ਕਾਂ ਦਾ ਜਿਹੜਾ ਅਨਿਆਏ ਹੋ ਰਿਹਾ ਸੀ ਕਿਸਾਨਾਂ ਨਾਲ, ਉਹਦਾ ਕੋਈ ਤਾਂ ਨਿਆਂ ਕਰੇਗਾ ਨਾ। ਤਾਂ ਉਹ ਹੁਣ ਸਾਡੇ ਕੋਲ ਸਟੇਟ, ਹੁਣ ਜਦ ਇਲੈਕਸ਼ਨ ਜਾ ਰਹੇ ਹੈਗੇ ਤਾਂ ਉਹ ਇੱਕ ਅਪਰਚੁਨਿਟੀ ਹੈ। ਮੈਨੂੰ ਲੱਗਦਾ ਕਿ ਉਹ ਬਹੁਤ ਬੜਾ ਰਹੇਗਾ। ਉਹ 'ਚ 2 ਚੀਜ਼ਾਂ, ਇੱਕ ਤਾਂ ਕਿਸਾਨ ਜਿਹੜਾ ਹੈਗਾ, ਕਿਉਂਕਿ ਆਫਟਰ ਆਲ ਸਾਡੇ ਪੰਜਾਬ ਵਿੱਚ ਐਗਰੀਕਲਚਰ ਮੇਨ ਸਟੇ ਆਫ ਦੀ ਇਕਨੋਮੀ ਹੈ। ਉਹਨਾਂ ਦਾ ਅਗਰ ਇਕਨੋਮਿਕ ਵਾਇਬਿਲਿਟੀ बढ़ती है, इकनॉमिक ਉਹਨਾਂ ਦਾ ਲਾਈਵਲੀਹੁੱਡ ਅਗਰ ਠੀਕ ਹੁੰਦਾ ਹੈ ਤਾਂ ਉਹਦਾ ਸਾਰਾ ਇੰਪਲੋਇਮੈਂਟ ਤੇ ਜਿਹੜੇ ਬਾਕੀ ਨਸ਼ੇ ਤੇ ਜਾਂ ਆਪਣਾ ਜਿਹੜਾ এনवायरमेंट ਦੀ ਡਿਵੈਸਟੇਸ਼ਨ ਹੈ ਉਹ ਤੋਂ ਕੱਢਣ ਵਾਸਤੇ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਹੈਗਾ। ਮੈਨੂੰ ਲੱਗਦਾ ਕਿ ਪਹਿਲਾ ਫੋਕਸ ਜਿਹੜਾ ਹੈਗਾ ਉਹ ਐਗਰੀਕਲਚਰ ਤੇ ਕਰਨਾ ਪਏਗਾ, ਔਰ ਉਹਦੇ ਨਾਲ ਹੀ ਰਿਲੇਟਡ ਇਸ਼ੂ ਹੈਗੇ ਬਾਕੀ ਸਾਰੇ। ਜਿਸ ਤਰ੍ਹਾਂ ਹੁਣ ਦੇਖੋ ਨਾ, ਅਗਰ ਇੰਪਲੋਇਮੈਂਟ ਪੰਜਾਬ 'ਚ ਨਹੀਂ ਹੈ, ਅਗਰ ਇਨਕਮ ਦੀ ਗੱਲ ਕੀਤੀ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕਿਸਾਨਾਂ ਦੀ ਇਨਕਮ ਜਿਹੜੀ ਹੈ ਉਹ ਤੈਅ ਹੋਣੀ ਚਾਹੀਦੀ ਹੈ। MSP ਦੇ ਮੁੱਦੇ ਤੇ ਵੀ ਲਗਾਤਾਰ ਕਿਸਾਨਾਂ ਦੀ ਸਰਕਾਰ ਦੇ ਨਾਲ ਚਰਚਾ ਹੁੰਦੀ ਰਹੀ। 5 ਮੈਂਬਰੀ ਕਮੇਟੀ, ਹੁਣ ਉਸ ਦੇ ਵਿੱਚ 5 ਮੈਂਬਰ ਜਿਹੜੇ ਨੇ ਉਹ ਕਿਸਾਨ ਆਗੂ ਦੇ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿਸਾਨਾਂ ਦੀ ਆਮਦਨ ਦੇ ਵਿੱਚ ਕਿਵੇਂ ਵਾਧਾ ਹੋਏਗਾ? ਕਿਉਂਕਿ ਵੱਖ-ਵੱਖ ਕਿੱਤਿਆਂ ਦੀ ਤੁਸੀਂ ਗੱਲ ਕੀਤੀ, ਵੱਖ-ਵੱਖ ਵਰਗਾਂ ਦੀ ਗੱਲ ਕੀਤੀ ਕਿ ਹਰੇਕ ਵਰਗ ਦੀ ਜਿਹੜੀ ਇਨਕਮ ਹੈ ਉਹ ਸਮੇਂ-ਸਮੇਂ ਤੇ ਵੱਧ ਹੀ ਰਹੀ ਹੈ। ਉਸ ਬਾਰੇ ਥੋੜਾ ਡਿਟੇਲ 'ਚ ਦੱਸੋ, ਕਿੰਨੀ ਇਨਕਮ ਵਧੀ ਹੈ? ਕਿਸਾਨ ਕਿੱਥੇ ਖੜਾ ਹੈ? ਕਿਸਾਨ ਦੀ ਇਨਕਮ ਕਿਉਂ ਨਹੀਂ ਵੱਧ? ਦੇਖੋ, ਇਹ ਬੜਾ ਇੰਪੋਰਟੈਂਟ ਇਸ਼ੂ ਹੈ, ਕਿਉਂਕਿ ਅਸੀਂ ਅੱਜ ਤੱਕ ਇਹ ਸੋਚਿਆ ਕਿ ਕਿਸਾਨ ਨੂੰ ਖੇਤੀ ਨਹੀਂ ਆਉਂਦੀ ਕਰਨੀ। ਕਿਸਾਨ ਜਿਹੜਾ ਹੈਗਾ ਉਹ ਮਤਲਬ ਸਬ ਸਟੈਂਡਰਡ ਹੈ, ਖੇਤੀ ਦਾ ਜਿਹੜਾ ਸਾਡਾ ਸਟਰਕਚਰ ਹੈ ਜਾਂ ਬੈਕਵਰਡ ਹੈ, ਇਹ ਅਸੀਂ ਕਹਿੰਦੇ ਆਏ ਅੱਜ ਤੱਕ। लेकिन किसान की इनकम जो एक समझने की जरूरत है कि इस करके नहीं कि किसान खेती अच्छी नहीं कर रहा, किसान को जानबूझ कर असी उस लैवल पर रखा है, क्योंकि इकनॉमिक डिज़ाइन जब तक असी नहीं समझांगे सानू पता नहीं चलेगा कि किसान क्यों मर रहा है। मैं एक ਜਿਹੜਾ ਤੁਹਾਨੂੰ ਉਦਾਹਰਨ ਇੱਥੇ ਕਿਸ ਨੇ ਪੁੱਛਿਆ ਵੀ ਸੀਗਾ, ਔਰ ਉਦਾਹਰਨ ਇਹ ਹੈਗਾ ਕਿ ਬਈ 1970 ਵਿੱਚ ਕਣਕ ਦਾ ਜਿਹੜਾ ਭਾਅ ਸੀਗਾ MSP ਉਹ 76 ਰੁਪਏ ਪ੍ਰਤੀ ਕੁਇੰਟਲ ਸੀਗਾ। 2015 ਵਿੱਚ ਯਾਨੀ 45 ਸਾਲ ਵਿੱਚ ਉਹ बढ़ ਕੇ 1450 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਹ 19 ਗੁਣਾ ਦੀ बढ़ोतरी ਸੀਗੀ। ਔਰ ਉਸੇ ਪੀਰੀਅਡ ਵਿੱਚ ਅਸੀਂ ਇਹ ਦੇਖਿਆ ਪਾਇਆ ਕਿ ਬਈ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਇਨਕਮ ਸੀਗੀ, ਬੇਸਿਕ ਪੇ ਔਰ DA ਸਿਰਫ, ਉਹ 120 ਤੋਂ 150 ਗੁਣਾ ਵੱਧ ਜਾਂਦੀ ਹੈ। ਔਰ ਜਿਹੜੇ ਆਪਣੇ ਪ੍ਰੋਫੈਸਰ ਹੈਗੇ ਯੂਨੀਵਰਸਿਟੀਆਂ ਦੇ ਲੈਕਚਰਰਸ ਹੈਗੇ, ਉਹਨਾਂ ਦੀ 150 ਤੋਂ 170 ਗੁਣਾ ਵੱਧ ਜਾਂਦੀ ਹੈ। ਜਿਹੜੇ ਆਪਣੇ ਕਾਰਪੋਰੇਟ ਦੇ ਹੈਗੇ ਉਹਨਾਂ ਦੀ 300 ਤੋਂ 1000 ਗੁਣਾ ਵੱਧ ਜਾਂਦੀ ਹੈਗੀ। ਜਿਹੜੇ ਪੋਲੀਟੀਸ਼ੀਅਨ ਉਹ ਤਾਂ ਹਰ ਇਲੈਕਸ਼ਨ ਦੇ ਬਾਅਦ बढ़ी ਜਾਂਦੀ ਹੈ, ਤੁਸੀਂ ਦੇਖ ਹੀ ਰਹੇ ਹੋ। ਤਾਂ ਕਿਸਾਨ ਦੀ 19 ਗੁਣਾ बढ़ी ਹੈਗੀ ਹੈ।
ਔਰ ਅਗਰ ਅਸੀਂ 100 ਗੁਣਾ ਵੀ ਦੇਖੀਏ ਅਗਰ ਉਸ ਪੀਰੀਅਡ ਵਿੱਚ 45 ਸਾਲ ਵਿੱਚ, ਬਾਕੀ ਤਾਂ 120 ਗੁਣਾ ਤੋਂ ਉੱਪਰ ਹੋਈ ਹੈ ਨਾ, ਤੇ ਜੇ 100 ਗੁਣਾ ਵੀ ਮੰਨ ਲਈਏ ਤਾਂ ਕਿਸਾਨ ਦਾ ਜਿਹੜਾ ਕਣਕ ਦਾ ਭਾਅ ਸੀਗਾ 2015 ਵਿੱਚ ਉਹ 7,600 ਰੁਪਏ ਪਰ ਕੁਇੰਟਲ ਬਣਦਾ ਹੈ। ਜੇ ਅਸੀਂ ਉਹਦੇ ਇਨਕਮ ਪੈਰਿਟੀ ਨੋਰਮਸ ਨਾਲ ਲੈ ਕੇ ਜਾਈਏ, ਉਹਨੂੰ ਮਿਲਿਆ 1450। ਹੁਣ ਜਿਸ ਨੂੰ ਇੰਨਾ ਘਾਟਾ ਪਏਗਾ ਉਹ ਕਿਸ ਤਰ੍ਹਾਂ ਆਪਣਾ ਨਿਰਵਾਹ ਕਰੇਗਾ, ਕਿਸ ਤਰ੍ਹਾਂ ਆਪਣਾ ਜੀਵਨ ਚਲਾਉਂਦਾ ਹੋਏ, ਕਦੀ ਆਪਾਂ ਸੋਚਿਆ? ਉਹਦੇ ਪਰ ਕਰਜ਼ੇ ਤੇ ਕਰਜ਼ਾ ਹੋਣਾ ਹੀ ਹੈ। ਜਦ ਇਨਕਮ ਨਹੀਂ ਹੋਏਗਾ ਤਾਂ ਕਰਜ਼ੇ ਤੇ ਜਾਏਗਾ, ਕਰਜ਼ੇ ਤੇ ਕਰਜ਼ਾ, ਕਰਜ਼ੇ ਤੇ ਕਰਜ਼ਾ। ਆਤਮ ਹੱਤਿਆ ਵੀ ਹੋ ਰਹੀ ਹੈ। ਪੰਜਾਬ ਦੇਖੋ ਅੱਜ ਇੱਕ ਬੜਾ ਹੌਟ ਸਪੌਟ ਬਣ ਗਿਆ। ਮੈਂ ਪੰਜਾਬ ਦੇ ਵਿੱਚ ਕਈ ਕਿਸਾਨਾਂ ਨੂੰ ਮਿਲਿਆ। ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਸਿਰਫ 30,000 ਦਾ ਉਸਦੇ ਸਿਰ ਤੇ ਕਰਜ਼ਾ ਸੀ, ਤਾਂ ਉਹ ਫਾਹਾ ਲੈਣ ਲੱਗਾ ਸੀ। ਇੱਕ ਸੰਸਥਾ ਆਈ, ਉਸਨੇ ਹੈਲਪ ਕੀਤੀ ਕਿ 30,000 ਦੇ ਕਰਜ਼ੇ ਦੇ ਚੱਕਰ 'ਚ ਆਪਣੀ ਜਾਨ ਕਿਉਂ ਗਵਾਣੀ। ਇਹ ਹਾਲਾਤ ਪੰਜਾਬ ਦੇ ਬਣੇ ਹੋਏ ਨੇ। ਪਰ ਹੁਣ ਜਿਹੜੀ ਸੰਸਥਾ ਤੁਸੀਂ ਬਣਾਈ ਹੈ, ਜਿਸ ਦੇ ਵਿੱਚ ਤੁਸੀਂ ਜੁੜ ਰਹੇ ਹੋ, ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਲਈ ਕੀ ਕਰ ਪਾਏਗੀ? ਕਿਉਂਕਿ ਲੋਕਾਂ ਨੂੰ ਐਂ ਸੀ ਕਿ ਕਿਸਾਨ ਜਿਹੜੇ ਨੇ ਉਹ ਇੱਕ ਪਾਰਟੀ ਬਣਾਉਣਗੇ, ਵੱਖਰੇ ਤੌਰ ਤੇ ਰਾਜਨੀਤਿਕ ਪਾਰਟੀ ਬਣੇਗੀ, ਕੋਈ ਐਸੀ ਪਾਰਟੀ ਆਏਗੀ ਜਿਹੜੀ ਪੰਜਾਬ ਦਾ ਭਵਿੱਖ ਸਵਾਰੇਗੀ। ਦੇਖੋ ਉਹ ਅਲੱਗ ਇਸ਼ੂ ਹੈ ਕਿ ਵੀ ਪੋਲੀਟੀਕਲ ਪਾਰਟੀ ਕੌਣ ਬਣਾਏਗਾ, ਕਿਸਾਨ ਬਣਾਉਣ ਜਾਂ ਕਿਸ ਬਾਕੀ ਪਾਰਟੀਆਂ ਤੁਸੀਂ ਦੇਖ ਰਹੀ ਜਾਂ ਕਿਸਾਨ ਦੇ ਨਾਂ ਤੇ ਵੀ ਲੋਕੀ ਬਣਾਉਣਗੇ, ਉਹ ਅਲੱਗ ਗੱਲ ਹੈਗੀ ਹੈ। ਪਰ ਸਾਡਾ ਮਤਲਬ ਕਿ ਐਜ਼ ਅ ਸੁਸਾਇਟੀ ਵਾਈ ਵੀ ਡੂ ਵੀ ਥਿੰਕ ਕਿ ਸਾਰਾ ਕੁਝ ਪੋਲੀਟੀਕਲ ਪਾਰਟੀਜ਼ ਨੇ ਕਰਨਾ। ਅਸੀਂ ਆਪਣੀ ਜ਼ਿੰਮੇਵਾਰੀ ਕਦ ਖੜੇ ਹੋਵਾਂਗੇ ਕਿ ਭਈ ਸਾਨੂੰ ਵੀ ਇੱਕ ਪੰਜਾਬ ਦਾ ਜਿਹੜਾ ਨੈਰੇਟਿਵ ਹੈਗਾ ਉਹਨੂੰ ਬਦਲਣਾ ਹੈਗਾ, ਕਿ ਪੋਲੀਟੀਕਲ ਪਾਰਟੀਜ਼ ਨੂੰ ਮਜਬੂਰ ਕਰਨਾ ਕਿ ਵੀ ਇਹ ਇਸ਼ੂ ਡੋਮੀਨੈਂਟ ਪਾਲਿਸੀ ਵਿੱਚ ਆਉਣੇ ਚਾਹੀਦੇ ਹੈਗੇ। ਤੇ ਇਹੀ ਹੈ ਸਾਡਾ ਇੱਕ ਐਫਰਟ ਹੈਗਾ। ਔਰ ਲੋਕੀ ਜੁੜਨਗੇ, ਜਿੰਨਾ ਜੁੜਨਗੇ ਉਨਾ ਜ਼ਿਆਦਾ ਉਹ ਬਿਲਡਅਪ ਹੋਏਗਾ। ਪਬਲਿਕ ਓਪੀਨੀਅਨ ਬਿਲਡਅਪ ਕਰਨਾ ਬਹੁਤ ਜ਼ਰੂਰੀ ਹੁੰਦਾ, ਤੁਸੀਂ ਤਾਂ ਜਾਣਦੇ ਹੀ ਹੋ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਸੀਗਾ। ਔਰ ਇਹ ਇੱਕ ਐਸਾ ਮੰਚ ਬਣਿਆ ਹੈਗਾ ਜਿਹਦੇ ਵਿੱਚ ਵਾਈਡ ਸਪੈਕਟਰਮ ਤੋਂ ਲੋਕੀ ਆ ਰਹੇ ਹੈਗੇ ਆ, ਔਰ ਪਲੱਸ ਸੈਲੀਬ੍ਰਿਟੀ ਵੀ ਹੈਗੇ ਉਹਦੇ ਵਿੱਚ। ਔਰ ਇਸ਼ੂ ਜਿਹੜੇ ਹੈਗੇ ਸਭ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਬੈਠ ਕੇ ਕਾਫੀ ਮੱਥਾ ਪੱਚੀ ਹੋਈ ਹੈ। ਔਰ ਉਹਦੇ ਬਾਅਦ ਤੁਸੀਂ ਦੇਖੋ ਇੰਨਾ ਬੜਾ ਡਾਕੂਮੈਂਟ ਬਣਾਇਆ, ਔਰ ਅਸੀਂ ਉਹਨੂੰ ਆਸਤੇ ਆਸਤੇ ਇਸ ਤਰ੍ਹਾਂ ਚੱਲਾਂਗੇ। ਪ੍ਰੋਗਰੈਸਿਵ ਸਟੇਜ ਹੁੰਦੀ ਹੈ ਕਿ ਉਹ ਇੰਪਰੂਵ ਹੁੰਦਾ ਜਾਏਗਾ, ਲੋਕੀ ਵੀ ਪਾਰਟਿਸਿਪੇਟ ਕਰਨਗੇ। ਤੁਸੀਂ ਸਾਨੂੰ ਮੈਸੇਜ ਦਿਓਗੇ ਜਾਂ ਤੁਸੀਂ ਸਾਨੂੰ ਦੱਸੋਗੇ ਆਈਡੀਆਜ਼ ਕਿ ਵੀ ਇਹ ਕਰਨਾ ਚਾਹੀਦਾ। ਤਾਂ ਆਈ ਥਿੰਕ ਵੀਲ ਆਲ ਪੁੱਟ ਟੂਗੇਦਰ ਔਰ ਇੱਕ ਬਿਲਡਅਪ ਕਰਨਾ, ਪਬਲਿਕ ਓਪੀਨੀਅਨ ਬਦਲਣਾ ਬਹੁਤ ਜ਼ਰੂਰੀ ਹੈ ਸਰ। ਜਿਵੇਂ ਸਵਾਲ ਉੱਠਦਾ ਰਿਹਾ ਸੈਲੀਬ੍ਰਿਟੀ ਦੇ ਉੱਪਰ ਕਿ ਸੈਲੀਬ੍ਰਿਟੀ ਕੁਝ ਸਮੇਂ ਦੇ ਲਈ ਆਉਂਦੀਆਂ ਨੇ, ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਨੇ। ਜਿਵੇਂ ਗੁਲਪਨਾਗ ਦੇ ਉੱਪਰ ਵੀ ਸਵਾਲ ਉੱਠਿਆ ਸੀ। ਤੁਹਾਨੂੰ ਕੀ ਲੱਗਦਾ ਹੁਣ ਜਿੰਨੀ ਸੈਲੀਬ੍ਰਿਟੀ ਆ ਰਹੀ ਨੇ, ਕਿਉਂਕਿ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ ਉਸ ਦੇ ਪਿੱਛੇ ਘਾਲਣਾ ਬਹੁਤ ਹੁੰਦੀ ਹੈ, ਕਈ ਸਾਲ ਲੱਗ ਜਾਂਦੇ ਨੇ, ਕੋਈ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਸਰਕਾਰ ਦੇ ਅਤਿਆਚਾਰ ਦਾ ਵੀ ਸਾਹਮਣਾ ਕਰਨਾ ਪੈਂਦਾ, ਕਈ ਤਰ੍ਹਾਂ ਦੇ ਪਰਚੇ ਹੁੰਦੇ ਨੇ, ਇੱਕ ਲੰਮਾ ਸਮਾਂ ਚਾਹੀਦਾ ਹੁੰਦਾ, ਫਿਰ ਜਾ ਕੇ ਫਲ ਮਿਲਦਾ ਹੈ। ਤੁਹਾਨੂੰ ਕੀ ਲੱਗਦਾ ਹੈ ਜਿੰਨੀਆਂ ਵੀ ਸੈਲੀਬ੍ਰਿਟੀਜ਼ ਨੇ ਉਹ ਜੁੜੀਆਂ ਰਹਿਣਗੀਆਂ ਲਗਾਤਾਰ ਭਵਿੱਖ ਦੇ ਵਿੱਚ? ਕੀ ਪੰਜਾਬ ਦਾ ਕੋਈ ਸਵਾਰ ਨਾਲ ਬਹੁਤ ਸਾਰੇ ਜੁੜਿਆ ਰਿਹਾ ਹੈਗਾ, ਨੈਸ਼ਨਲ ਵੀ ਇੰਟਰਨੈਸ਼ਨਲ ਵੀ। ਔਰ ਮੈਂ ਇੱਕ ਚੀਜ਼ ਦੇਖੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਇੱਕ ਕਾਮਨ ਪਰਸਪੈਕਟਿਵ ਹੈਗਾ ਕਿ ਬਈ ਪਰਸੈਪਸ਼ਨ ਹੈ ਕਿ ਬਈ ਇਹ ਸੈਲੀਬ੍ਰਿਟੀ ਆਉਂਦੇ ਆ, ਆਪਣੇ 2 ਗਾਣੇ ਗਾਏ ਚਲੇ ਗਏ। ਲੇਕਿਨ ਮੈਂ ਤੁਹਾਨੂੰ ਉਦਾਹਰਨ ਦਿੱਤਾ ਸੀਗਾ ਕਿ ਮੈਨੂੰ ਲੈ ਕੇ ਗਏ ਕਿ ਮੇਰੇ ਤੋਂ ਸਿੱਖਣਾ ਚਾਹੁੰਦੇ ਸੀਗੇ, ਕਿ ਵੀ ਸਮਝਣਾ ਚਾਹੁੰਦੇ ਸੀ ਕਿ ਇਸ਼ੂ ਕੀ ਹੈਗਾ ਐਗਰੀਕਲਚਰ ਦਾ। ਇਹ ਬਹੁਤ ਬੜੀ ਗੱਲ ਹੈ। ਮਤਲਬ ਕਿ ਉਹਨਾਂ ਦੀ ਕੋਸ਼ਿਸ਼ ਹੈ, ਅੰਦਰੋਂ ਇੱਕ ਤਰ੍ਹਾਂ ਦਾ ਐਫਰਟ ਹੈਗਾ ਕਿ ਬਈ ਸਮਝੀਏ, ਫਿਰ ਅਸੀਂ ਜਦ ਸਮਝਣਗੇ ਫਿਰ ਹੀ ਅੱਗੇ ਉਹ ਆਪਣਾ ਜੋ ਉਹਦੇ 'ਚ ਕੰਟਰੀਬਿਊਸ਼ਨ ਜਿਹੜਾ ਹੈਗਾ ਉਹਨਾਂ ਦਾ ਆਏਗਾ, ਸਾਹਮਣੇ ਆਏਗਾ। ਇਹ ਇੱਕ ਤਾਂ ਚੀਜ਼ ਇਹ ਹੈਗੀ ਹੈ। ਦੂਜੀ ਗੱਲ ਹੈ ਕਿ ਇਹ ਜਿਹੜਾ ਇਨੀਸ਼ੀਏਟਿਵ ਹੈ, ਮੈਂ ਆਪਣਾ ਇੰਡੀਵਿਜੂਅਲ ਦੱਸਣਾ ਕਿ ਇਹ ਸੈਲੀਬ੍ਰਿਟੀਜ਼ ਨੇ ਹੀ ਸਾਨੂੰ ਸਭ ਨੂੰ ਬੁਲਾਇਆ ਹੈਗਾ, ਸਾਨੂੰ ਮਤਲਬ ਚੇਸ ਕੀਤਾ ਹੈਗਾ, ਸਾਨੂੰ ਲੈ ਕੇ ਆਏ ਹੈਗੇ ਆ, ਇੱਕ ਸਟੇਜ ਤੇ ਬੈਠੇ। ਕਦੀ ਹੁੰਦਾ ਨਹੀਂ ਹੈ। ਨੋਰਮਲੀ ਅਸੀਂ ਲੋਕ ਜਾਂਦੇ ਹਾਂ ਉਹਨਾਂ ਕੋਲ ਕਿ ਤੁਸੀਂ ਆਓ ਜੀ ਸਾਡੇ ਸਟੇਜ ਤੇ ਬੈਠੋ ਆ ਕੇ, ਇਸ ਤਰ੍ਹਾਂ ਹੁੰਦਾ। ਇੱਥੇ ਉਲਟਾ ਹੋਇਆ, ਸੈਲੀਬ੍ਰਿਟੀਜ਼ ਨੇ ਜ਼ੋਰ ਲਾ ਕੇ ਸਾਨੂੰ ਆਪਣੇ ਸਟੇਜ ਤੇ ਬੁਲਾਇਆ ਔਰ ਸਾਡੇ ਨਾਲ 2-2.5 ਮਹੀਨੇ ਜਿਹੜਾ ਇੰਟਰੈਕਸ਼ਨ ਹੋਇਆ ਹੈਗਾ, ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਸਾਨੂੰ ਵੀ ਸਿੱਖਣ ਦਾ ਮੌਕਾ ਮਿਲਿਆ ਹੈਗਾ ਹਰ ਪਰਸਪੈਕਟਿਵ ਨੂੰ। ਔਰ ਤਾਂ ਹੀ ਇਹ ਗੱਲ ਬਣੀ ਹੈਗੀ। ਤਾਂ ਮੈਨੂੰ ਮਨ ਲੱਗਦਾ ਕਿ ਲੈਟ ਅਸ ਨਾਟ ਕਲੱਬ ਕਿ ਬਈ ਸੈਲੀਬ੍ਰਿਟੀ ਹੈਗੇ ਤਾਂ ਇਹ ਟੈਂਪਰੇਰੀ ਹੈਗਾ। ਮਨ ਲੱਗਦਾ ਪਾਰਟੀਆਂ ਨੂੰ ਜਿਵੇਂ ਸਵਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਪ੍ਰੈਸ਼ਰ ਗਰੁੱਪ ਦਾ ਕੰਮ ਕਰੇਗਾ, ਰਾਜਨੀਤਿਕ ਪਾਰਟੀਆਂ ਨੂੰ ਸਵਾਲ ਕੀਤੇ ਜਾਣਗੇ ਜੋ ਵੀ ਏਜੰਡਾ ਬਣਾਇਆ ਗਿਆ ਹੈ। ਕੀ ਲੱਗਦਾ ਤੁਹਾਨੂੰ ਰਾਜਨੀਤਿਕ ਪਾਰਟੀਆਂ ਇਸ ਦਾ ਪ੍ਰਭਾਵ ਕਬੂਲਣਗੀਆਂ? ਕਿਉਂਕਿ ਆਵਾਜ਼ਾਂ ਤਾਂ ਉੱਠਦੀਆਂ ਰਹਿੰਦੀਆਂ ਨੇ, ਪਰ ਪਾਰਟੀਆਂ ਦੀ ਤਾਰ ਜਿਹੜੀ ਆ ਉਹ ਤਾਂ ਕੇਂਦਰ ਤੋਂ ਹਿਲਦੀ ਹੈ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਵੀ ਹੋਣਾ, ਉਹ ਵੀ ਕੇਜਰੀਵਾਲ ਸਾਹਿਬ ਜੋ ਕਹਿੰਦੇ ਨੇ ਉਹੀ ਹੁੰਦਾ ਇੱਥੇ ਪੰਜਾਬ ਦੇ। ਸਰ ਦੇਖੋ ਇਹ ਵੀ ਸਾਡਾ ਸੋਚਣਾ ਹੈਗਾ, ਪਰ ਮੇਰਾ ਐਕਸਪੀਰੀਅੰਸ ਆਪਣਾ ਹੈ ਕਿ ਬਈ ਤੁਸੀਂ ਅਗਰ ਆਪਣੀ ਕੈਪੈਸਿਟੀ ਜਾਂ ਆਪਣੀ ਗੱਲ ਰੱਖਦੇ ਹੋ ਤਾਂ ਪੋਲੀਟੀਕਲ ਪਾਰਟੀਆਂ ਵੀ ਸੁਣਦੀਆਂ ਹੈਗੀਆਂ। ਮੈਂ ਤੁਹਾਨੂੰ ਕਿੰਨੇ ਸਾਰੇ ਐਗਜ਼ਾਮਪਲ ਦੇ ਸਕਦਾ, ਪਰ ਉਹ ਮਤਲਬ ਮੈਂ ਨਹੀਂ ਜਾਣਾ ਚਾਹੁੰਦਾ ਪਰਸਨਲ ਉਹਦੇ ਵਿੱਚ ਜਾਂ ਜੋ ਸਾਨੂੰ ਪਤਾ ਹੈਗਾ। ਲੇਕਿਨ ਇੱਕ ਮੈਸੇਜ ਜ਼ਰੂਰ ਹੈ ਕਿ ਜਦ ਪੋਲੀਟੀਕਲ ਇੱਕ ਮੈਸੇਜ ਜਾਂਦਾ ਹੈ। ਦੇਖੋ ਨਾ, ਹੁਣ ਕਿਸਾਨ ਯੂਨੀਅਨ ਸੀਗਾ, ਸਾਰੇ ਕਹਿੰਦੇ ਸੀਗੇ ਕਿ ਲਾਜ਼ ਵਾਪਸ ਨਹੀਂ ਹੋਣਗੇ, ਸਾਰਿਆਂ ਨੇ ਕਿਹਾ ਨਾ, ਕਿਸੇ ਨੇ ਵਿਸ਼ਵਾਸ ਨਹੀਂ ਸੀਗਾ। ਬਲਕਿ ਜਿਸ ਟਾਈਮ ਪ੍ਰਾਈਮ ਮਿਨਿਸਟਰ ਜੀ ਨੇ ਅਨਾਉਂਸ ਕੀਤਾ ਹੈਗਾ ਤਾਂ ਇਟ ਕੇਮ ਐਜ਼ ਅ ਸ਼ੌਕ ਟੂ ਮੀ ਆਲਸੋ। ਹਾਂਜੀ, ਜਦ ਮੈਨੂੰ ਮੀਡੀਆ ਨੇ ਪੁੱਛਿਆ ਮੈਂ ਕਿਹਾ ਯੈਸ ਆਈ ਐਮ ਆਲਸੋ ਸਰਪ੍ਰਾਈਜ਼ ਕਿ ਵੀ ਕਿਸ ਤਰ੍ਹਾਂ ਅਚਾਨਕ ਲਾਜ਼ ਵਾਪਸ ਹੋ ਗਏ। ਲੇਕਿਨ ਕਿਤੇ ਉਹਨਾਂ ਨੂੰ ਵੀ ਸਮਝ ਆਈ ਨਾ ਕਿ ਇਹ ਨਹੀਂ ਹਟਣ ਵਾਲੇ ਮੋਰਚੇ ਤੋਂ। ਇਹ ਤਾਂ ਗੱਲ ਸੀ ਨਾ। ਠੀਕ ਹੈ, ਤੁਸੀਂ ਕਹੋਗੇ ਜੀ ਕਿ ਪੋਲੀਟੀਕਲ ਉਹਨਾਂ ਦੀ ਮਜਬੂਰੀ ਸੀਗੀ, ਵਾਟ ਐਵਰ ਇਟ ਇਜ਼, ਆਫਟਰ ਡੈਮੋਕ੍ਰੇਸੀ ਵਿੱਚ ਸਾਰੀ ਗੱਲਾਂ ਆਪਰੇਟ ਤਾਂ ਕਰਦੀਆਂ ਹੀ ਨਾ। ਲੇਕਿਨ ਉਹਨਾਂ ਨੇ ਇੱਕ ਚੀਜ਼ ਤਾਂ ਕੀਤਾ ਨਾ, ਕਿਸਾਨਾਂ ਨੇ ਮਜਬੂਰ ਕਰਤਾ, ਵਿਚ ਵਾਸ ਨਾਟ ਐਕਸਪੈਕਟਿਡ।
ਤੇ ਅਗਰ ਇਹ ਇੰਨਾ ਅਗਰ ਬਿਲਡਅਪ ਹੋ ਸਕਦਾ ਹੈਗਾ ਔਰ ਸਰਕਾਰ ਆਪਣੇ ਡਿਸੀਜਨ ਤੋਂ ਜਿਹੜੀ ਕਿ ਲੋਕੀ ਮੰਨਦੇ ਆ ਕਿ ਵੀ ਉਹ ਸਰਕਾਰ ਜਦ ਕੋਈ ਡਿਸੀਜਨ ਵਾਪਸ ਨਹੀਂ ਲਏਗੀ, ਉਹਨਾਂ ਨੇ ਵੀ ਵਾਪਸ ਲੈ ਲਿਆ। ਆਈ ਥਿੰਕ ਇਟ ਸ਼ੋਜ਼ ਦੀ ਪੀਪਲਸ ਪਾਵਰ, ਜੋ ਲੋਕੀ ਆਪਣੀ ਤਾਕਤ ਲੋਕਾਂ ਦੀ ਤਾਕਤ ਹੀ ਮੰਨਦੇ ਹੋ ਜਾਂ ਇੱਕਦਮ ਸਰਕਾਰ ਨੇ ਸਰਪ੍ਰਾਈਜ਼ ਦਿੱਤਾ? ਗੁਰਪੁਰਬ ਵਾਲੇ ਦਿਨ ਐਲਾਨ ਕੀਤਾ, ਕਿਸਾਨ ਆਗੂ ਜਿਨ੍ਹਾਂ ਨੇ ਲਗਾਤਾਰ ਸਰਕਾਰ ਦੇ ਨਾਲ ਕਿੰਨੀਆਂ ਮੀਟਿੰਗਾਂ ਕੀਤੀਆਂ, ਕਈ ਵਾਰ ਵਿਚਾਰ ਚਰਚਾ ਹੋਈ, ਲੰਮੀ ਚਰਚਾ ਤੋਂ ਬਾਅਦ ਵੀ ਕੋਈ ਹੱਲ ਨਿਕਲਿਆ ਨਹੀਂ, ਅਚਨਚੇਤ ਐਲਾਨ ਹੁੰਦਾ ਹੈ ਕਿ ਹੁਣ ਕਾਨੂੰਨ ਵਾਪਸ ਲੈ ਲਏ ਜਾਣਗੇ। ਸਾਰੇ ਸਰਪ੍ਰਾਈਜ਼ ਸਨ, ਜਿਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਹੈਰਾਨ ਹੋਏ। ਤੁਹਾਨੂੰ ਕੀ ਲੱਗਦਾ ਹੈ, ਕਿਸਾਨ ਆਗੂ ਕਹਿੰਦੇ ਰਹੇ ਕਿਤੇ ਨਾ ਕਿਤੇ ਉਹਨਾਂ ਦਾ ਗਿਲਾ ਵੀ ਰਿਹਾ ਕਿ ਸਰਕਾਰ ਨੇ ਅਚਨਚੇਤ ਕਿਵੇਂ ਕਰਤੇ, ਪਹਿਲਾਂ ਇੰਨੀਆਂ ਮੀਟਿੰਗਾਂ ਹੋਈਆਂ, ਤੁਹਾਨੂੰ ਕੀ ਲੱਗਦਾ ਉਸ ਦੇ ਪਿੱਛੇ ਕੀ ਰਾਜਨੀਤੀ ਸੀ? ਦੇਖੋ ਜੀ, ਗੱਲ ਇਹ ਹੈਗਾ ਕਿ ਤੁਸੀਂ ਇਹ ਜੋ ਕਹਿ ਰਹੇ ਹੋ ਨਾ, ਇਹ ਸਭ ਨੂੰ ਹੀ ਸਵਾਲ ਉਹਨਾਂ ਦੇ ਦਿਲ ਵਿੱਚ ਸੀਗਾ ਕਿ ਬਈ ਆਫਟਰ ਆਲ ਸਡਨਲੀ ਕੀ ਹੋ ਗਿਆ ਕਿ ਬਈ ਇੱਕ ਦਿਨ ਲਾਜ਼ ਵਾਪਸ ਹੋ ਗਏ। ਮੇਰਾ ਮੰਨਣਾ ਕਿ ਸਡਨ ਨਹੀਂ ਸੀਗਾ, ਇਹ ਬਹੁਤ ਦਿਨਾਂ ਤੋਂ ਅੰਦਰ ਚਰਚਾ ਚੱਲ ਰਹੀ ਸੀਗੀ ਔਰ ਉਹਦੀ ਜਿਹੜੀ ਹੁੰਦੀ ਨਾ ਟਾਈਮਿੰਗ, ਉਹ ਇੱਕ ਫੈਕਟਰ ਹੁੰਦਾ। ਤੁਸੀਂ ਜਾਣਦੇ ਹੋ ਪੋਲੀਟੀਕਲ ਜਿਹੜੀ ਵੀ ਸੋਚ ਹੋਏਗੀ ਉਹ ਦੇਖਣਗੇ ਕਿ ਸਾਨੂੰ ਕਿੱਥੇ ਇਹਦਾ ਫਾਇਦਾ ਹੋਏਗਾ, ਉਹ ਅਲੱਗ ਚੀਜ਼ ਹੋਏਗੀ। ਲੇਕਿਨ ਮੇਰਾ ਮੰਨਣਾ ਹੈ ਕਿ ਵੀ ਬਹੁਤ ਦਿਨਾਂ ਤੋਂ, ਬਹੁਤ ਹਫ਼ਤਿਆਂ ਤੋਂ ਅੰਦਰ ਕੋਸ਼ਿਸ਼ ਚੱਲ ਰਹੀ ਸੀਗੀ ਕਿ ਵੀ ਇਹ ਲਾਜ਼ ਦੇ ਨਾਲ ਸਾਡਾ ਜਿਹੜਾ ਨੁਕਸਾਨ ਹੋ ਰਿਹਾ, ਜਾਂ ਉਹਨਾਂ ਨੂੰ ਸ਼ਾਇਦ ਸਮਝ ਆ ਰਿਹਾ ਸੀਗਾ। ਮੈਂ ਤਾਂ ਹਰ ਜਗ੍ਹਾ ਹੀ ਕਹਿੰਦਾ ਕਿ ਸਰਕਾਰ ਨੂੰ 1 ਸਾਲ ਲੱਗਿਆ ਸਮਝਣ ਵਾਸਤੇ ਕਿ ਬਈ ਕਿਸਾਨ ਕੀ ਕਰ ਰਹੇ ਹੈਗੇ। ਪਹਿਲਾਂ ਤਾਂ ਕੋਸ਼ਿਸ਼ ਇਹ ਸੀ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ, ਲੇਕਿਨ ਸਰਕਾਰ ਨੂੰ ਆਪਣੇ ਆਪ ਨਹੀਂ ਸ਼ਾਇਦ ਸਮਝ ਆ ਰਿਹਾ ਸੀਗਾ, ਤਾਂ ਹੀ ਉਹਨਾਂ ਨੇ 1 ਸਾਲ ਲਗਾਤਾ ਉਸ ਗੱਲ ਨੂੰ ਸਮਝਣ ਵਾਸਤੇ। ਹੁਣ ਦੇਖੋ ਨਾ, ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਸੀਗੀ, ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿ ਅਸੀਂ ਕਈ ਵਾਰੀ ਕਿਹਾ ਹੈਗਾ, ਕਈ ਪਲੇਟਫਾਰਮ ਤੇ ਕਿਹਾ ਹੈਗਾ ਕਿ ਇਹ ਰਿਫਾਰਮਸ ਜਿਹੜੇ ਅਸੀਂ ਲੈ ਕੇ ਆ ਰਹੇ ਹਿੰਦੁਸਤਾਨ 'ਚ, ਇਹ ਦੁਨੀਆ 'ਚ ਸਾਰੀ ਜਗ੍ਹਾ ਫੇਲ ਹੋ ਗਏ। ਜੇ ਅਮੀਰ ਦੇਸ਼ਾਂ ਵਿੱਚ, ਸਾਰੇ ਅਮੀਰ ਦੇਸ਼ਾਂ ਵਿੱਚ ਇਹ ਰਿਫਾਰਮਸ ਫੇਲ ਹੋ ਗਏ ਹੈ, ਤਾਂ ਮੈਂ ਕਈ ਵਾਰ ਪੁੱਛਿਆ ਹੈਗਾ ਕਿ ਇਹ ਫੇਲਡ ਰਿਫਾਰਮਸ ਹਿੰਦੁਸਤਾਨ ਵਿੱਚ ਕਿਸ ਤਰ੍ਹਾਂ ਚਮਤਕਾਰ ਕਰ ਦੇਣਗੇ। ਇਹ ਗਲਤ ਖੜਕੀ ਹੈ ਕਿਤੇ ਜਾ ਕੇ, ਕਿਤੇ ਖੜਕੀ ਹੈ, ਉਹਦਾ ਕਿਉਂਕਿ ਜਵਾਬ ਨਹੀਂ ਹੈ ਕਿਸੇ ਕੋਲ। ਔਰ ਮੈਂ ਹਰ ਜਗ੍ਹਾ ਕਹਿੰਦਾ ਕਿ ਬਈ ਅੱਜ ਵੀ ਮੈਂ ਉਸ ਗੱਲ ਨੂੰ ਦੁਹਰਾਉਣਾ ਤੁਹਾਡੇ ਸਾਹਮਣੇ ਦੁਹਰਾ ਰਿਹਾ ਕਿ ਬਈ ਮੇਰਾ ਆਪਣਾ ਐਕਸਪੀਰੀਅੰਸ ਇਹ ਕਹਿੰਦਾ, ਜਾਂ ਮੇਰੀ ਆਪਣੀ ਸਟੱਡੀ ਕਹਿੰਦੀ ਹੈ ਕਿ ਚਾਹੇ ਅਮਰੀਕਾ ਹੋਏ, ਯੂਰਪ ਹੋਏ ਜਾਂ ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਜੋ ਵੀ ਅਮੀਰ ਦੇਸ਼ ਹੈਗੇ, ਉੱਥੇ ਇਹ ਰਿਫਾਰਮਸ ਫੇਲ ਹੋ ਗਿਆ। ਕਿਸਾਨਾਂ ਦੀ ਇਨਕਮ ਬੜੀ ਨਹੀਂ ਹੈ, ਘਟ ਗਈ ਹੈ ਉੱਥੇ। ਤਾਂ ਉਹ ਜਿਹੜੀ ਘਟ ਗਈ ਹੈ ਇਨਕਮ ਜਿਸ ਰਿਫਾਰਮਸ ਨਾਲ, ਉੱਥੇ ਇੱਥੇ ਕਿਸ ਤਰ੍ਹਾਂ ਕਹਾਂਗੇ ਕਿ ਇੰਡੀਆ 'ਚ ਕਿਸਾਨਾਂ ਦੀ ਇਨਕਮ ਵੱਧ ਜਾਏਗੀ ਉਹਦੇ ਨਾਲ? ਇਹ ਇਸ ਸਵਾਲ ਦਾ ਜਵਾਬ ਨਹੀਂ ਸੀਗਾ ਕਿਸੇ ਕੋਲ ਵੀ। ਤੇ ਇਹ ਸਾਰਾ ਮਿਲ ਜੁਲ ਕੇ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਉਹਦਾ ਇੰਪੈਕਟ ਪਿਆ ਹੈਗਾ। ਸਰਕਾਰ ਨੂੰ ਸਮਝ ਆ ਗਿਆ ਕਿ ਇਹ ਹੁਣ ਕੋਈ ਜਦ ਦੁਨੀਆ 'ਚ ਫੇਲ ਹੋ ਗਏ ਹੈ ਤਾਂ ਹਿੰਦੁਸਤਾਨ ਵੀ ਸਕਸੀਡ ਤਾਂ ਨਹੀਂ ਕਰ ਸਕਦੇ। MSP ਦੇ ਮੁੱਦੇ ਤੇ ਸਰਕਾਰ ਕਹਿੰਦੀ ਅਸੀਂ ਕਮੇਟੀ ਬਣਾਵਾਂਗੇ, ਕਿਸਾਨ ਵੀ ਉਸ ਦੇ ਵਿੱਚ ਆਪਣੇ ਮੈਂਬਰ ਦੇਣਗੇ। ਕਿਸਾਨ ਆਗੂ ਜੋ 32 ਜਥੇਬੰਦੀਆਂ ਨੇ ਜਾਂ ਸੰਯੁਕਤ ਕਿਸਾਨ ਮੋਰਚਾ, ਉਹ ਤਾਂ ਉਸ ਦੇ ਉੱਪਰ ਗੱਲ ਕਰੇਗਾ ਹੀ ਕਰੇਗਾ। ਪਰ ਜੋ ਹੁਣ ਨਵੀਂ ਇਹ ਮੰਚ ਬਣਿਆ, ਇਸ ਦੇ ਵੱਲੋਂ ਵੀ ਆਵਾਜ਼ ਉਠਾਈ ਜਾਏਗੀ ਕੇਵਲ ਪੰਜਾਬ ਦੇ ਨਾਲ ਕੇਂਦਰ ਦੇ ਲੈਵਲ ਤੇ ਕਿੱਥੋਂ ਤੱਕ ਗੱਲ ਪਹੁੰਚੇਗੀ? ਕਿਉਂਕਿ MSP ਦੇ ਮੁੱਦੇ ਦੇ ਉੱਪਰ ਬੜੀਆਂ ਗੁੰਝਲਾਂ ਨੇ ਜਿਹੜੀਆਂ ਆਮ ਬੰਦੇ ਨੂੰ ਸਮਝ ਨਹੀਂ ਆ ਸਕਦੀਆਂ। ਤੁਸੀਂ ਖੇਤੀਬਾੜੀ ਮਾਹਰ ਹੋ, ਤੁਸੀਂ ਉਸ ਨੂੰ ਡਿਟੇਲ ਦੇ ਨਾਲ ਸਮਝਾ ਸਕਦੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਅਸੀਂ ਇੱਥੇ ਵੀ ਕੋਸ਼ਿਸ਼ ਕਰਾਂਗੇ ਆਪਣੇ ਜੁਜ ਦਾ ਪੰਜਾਬ ਵਿੱਚ ਵੀ ਕਿ ਬਈ ਇਹ ਇਸ਼ੂ ਨੂੰ, ਕਿਉਂਕਿ ਲੋਕੀ ਪੁੱਛਣਗੇ, ਹਰ ਜਗ੍ਹਾ ਸਵਾਲ ਉਠੇਗਾ ਔਰ ਅਸੀਂ ਉਹਨੂੰ ਉਸ ਵਿਸਤਾਰ ਨਾਲ ਲੈ ਕੇ ਲੋਕਾਂ ਨੂੰ ਸਮਝਾਵਾਂਗੇ। ਔਰ ਮੈਂ ਤਾਂ ਇੰਨੇ ਸਾਲਾਂ ਤੋਂ ਕਹਿੰਦਾ ਹੀ ਆ ਰਿਹਾ ਹੈਗਾ ਕਿ ਬਈ MSP ਇੱਕ ਬਹੁਤ ਜ਼ਰੂਰੀ ਹੈ, ਕਾਨੂੰਨੀ ਜਿਹੜਾ ਉਹਨੂੰ ਕਹਿੰਦੇ ਨਾ ਕਾਨੂੰਨੀ ਅਧਿਕਾਰ ਬਣਾਉਣਾ, ਉਹ ਬਹੁਤ ਜ਼ਰੂਰੀ ਹੈ ਔਰ ਉਹ ਸਰਕਾਰ ਨੂੰ ਮੰਨਣਾ ਪਏਗਾ। ਮੇਰਾ ਮੰਨਣਾ ਹੈ ਕਿ ਦੇਰ ਸਵੇਰ ਸਰਕਾਰ ਨੂੰ ਐਕਸੈਪਟ ਕਰਨਾ ਪਏਗਾ। ਜਦ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਦ ਆਪਾਂ ਪਹਿਲੀ ਵਾਰੀ ਕਿਹਾ ਸੀਗਾ ਕਿ ਬਈ ਡਾਇਰੈਕਟ ਇਨਕਮ ਸਪੋਰਟ ਕਿਸਾਨਾਂ ਨੂੰ ਚਾਹੀਦੀ, ਕੋਈ ਨਹੀਂ ਮੰਨਦਾ ਸੀਗਾ। ਮੈਂ ਜਿਸ ਕਾਨਫਰੰਸ ਵਿੱਚ ਬੋਲਦਾ ਸੀਗਾ, ਉੱਥੇ ਇਕਨੋਮਿਸਟ ਕਹਿੰਦੇ ਸੀ ਜੋ ਤੁਸੀਂ ਕਹਿ ਰਹੇ ਹੋ ਕਦੇ ਨਹੀਂ ਹੋ ਸਕਦਾ, ਪਰ ਅਲਟੀਮੇਟਲੀ ਹੋ ਗਿਆ ਨਾ। ਕਿ ਉਹ ਇਸ ਕਰਕੇ ਹੋ ਗਿਆ ਕਿਉਂਕਿ ਬਿਲਡਅਪ ਹੋਇਆ, ਪਬਲਿਕ ਓਪੀਨੀਅਨ ਬਦਲਿਆ ਔਰ ਪਬਲਿਕ ਓਪੀਨੀਅਨ ਇੱਥੇ ਬਦਲ ਚੁੱਕਾ ਹੈ। ਔਰ MSP ਤਾਂ ਹੀ ਦੇਖੋ ਸਰਕਾਰ ਨੇ ਜਾਂਦੇ ਜਾਂਦੇ ਕਿਹਾ ਵੀ ਹੈਗਾ ਕਿ MSP ਤੇ ਕੁਛ ਨਾ ਕੁਛ ਅਸੀਂ ਅਗਰ ਠੀਕ ਵਰਡਿੰਗ ਉਹਦੀ ਪੜ੍ਹੋ ਪੂਰੀ ਜੋ ਸਰਕਾਰ ਦੀ ਚਿੱਠੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਜਿਸ ਤਰੀਕੇ ਨਾਲ ਦੇਖਾਂਗੇ ਔਰ ਸਟੱਡੀ ਕਰਾਂਗੇ। ਇਹੀ ਅਸੀਂ ਐਕਸਪੈਕਟ ਕਰਦੇ ਹਾਂ। ਪਰ ਮਸਲਾ ਕਿੱਥੇ ਹੱਲ ਨਹੀਂ ਹੋ ਰਿਹਾ? ਸਰਕਾਰ ਦੀ ਮਜਬੂਰੀ ਕੀ ਆ? ਆਖਰਕਾਰ ਇੰਨੀ ਦੇਰੀ ਕਿਉਂ ਲੱਗ ਰਹੀ ਇਸ ਤੇ? ਸਰਕਾਰ ਦੀ ਮਜਬੂਰੀ ਇਹ ਹੈ ਕਿ ਇਕਨੋਮਿਕ ਜਿਹੜੀ ਸੋਚ ਹੈ ਡੋਮੀਨੈਂਟ, ਉਹਨੂੰ ਸਮਝੀਏ ਅਸੀਂ, ਉਹ ਕਾਰਪੋਰੇਟ ਡਰਿਵਨ ਹੈ। ਉਹ ਨਹੀਂ ਚਾਹੁੰਦੇ ਕਿਸਾਨ ਨੂੰ ਜ਼ਿਆਦਾ ਇਨਕਮ ਮਿਲੇ। ਦੁਨੀਆ 'ਚ ਨਹੀਂ ਕਿਤੇ ਮਿਲੀ, ਹਿੰਦੁਸਤਾਨ 'ਚ ਵੀ ਨਹੀਂ ਚਾਹੁੰਦੇ, ਕਿਉਂਕਿ ਅਸੀਂ ਜੋ ਡਿਮਾਂਡ ਕਰ ਰਹੇ ਹਾਂ ਉਹ ਹੈ ਗਰੰਟਿਡ ਇਨਕਮ ਟੂ ਫਾਰਮਰਸ। ਉਹ ਨਹੀਂ ਚਾਹੁੰਦੇ ਗਰੰਟਿਡ ਮਿਲੇ। ਜਿਹੜੇ ਲਾਜ਼ ਵੀ ਆਏ ਸੀਗੇ ਉਹ ਗਰੰਟਿਡ ਇਨਕਮ ਨਹੀਂ ਦੇਣ ਵਾਲੇ ਸੀਗੇ। ਮੈਂ ਤਾਂ ਹੀ ਕਹਿੰਦਾ ਕਿ ਜੇ MSP ਉਸ ਟਾਈਮ ਕਾਨੂੰਨੀ ਅਧਿਕਾਰ ਬਣਾਤਾ ਹੁੰਦਾ, 3 ਲਾਅ ਤਾਂ ਆਟੋਮੈਟਿਕਲੀ ਫੇਲ ਹੋ ਜਾਣੇ ਸੀਗੇ, ਉਹ ਵਾਪਸ ਲੈਣ ਦੀ ਜ਼ਰੂਰਤ ਹੀ ਨਹੀਂ ਸੀਗੀ। ਲੇਕਿਨ MSP ਇਸ ਕਰਕੇ ਅੜਿਆ ਰਿਹਾ ਕਿਉਂਕਿ ਕਾਰਪੋਰੇਟਸ ਨੂੰ ਉਹਦੇ ਨਾਲ ਨਜ਼ਰ ਆ ਰਿਹਾ ਸੀਗਾ ਕਿ ਵੀ ਅਗਰ ਇਹ ਹੋ ਗਿਆ ਤਾਂ ਬਾਕੀ ਲਾਜ਼ ਕਲੈਪਸ ਹੋ ਜਾਂਦੇ। ਇੱਕ ਗੱਲ ਹੈ। ਦੂਸਰੀ ਗੱਲ ਦੇਖੋ, ਤੁਸੀਂ ਜਿਸ ਤਰ੍ਹਾਂ ਲਾਜ਼ ਵਾਪਸ ਹੋ ਗਏ ਤਾਂ ਐਗਰੀ ਬਿਜ਼ਨਸ ਕੰਪਨੀ ਨੇ ਇੱਕ ਉਹਨਾਂ ਦੀ ਐਸੋਸੀਏਸ਼ਨ ਹੈ, ਉਹਨਾਂ ਨੇ ਆਪਣੇ ਆਪ ਕਿਹਾ ਹੈਗਾ ਕਿ ਇਹ ਹੁਣ ਸਾਡਾ ਨੁਕਸਾਨ ਹੋਏਗਾ ਕਿਉਂਕਿ ਸਾਡੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਵੱਧ ਜਾਏਗੀ। ਇਹਦਾ ਮਤਲਬ ਹੈ ਕਿ ਉਹ ਕਿਸਾਨਾਂ ਨੂੰ ਦੇਣਾ ਨਹੀਂ ਚਾਹੁੰਦੇ ਸੀਗੇ ਔਰ ਕਿਸਾਨ ਮੰਗ ਰਹੇ ਕਿ ਸਾਨੂੰ ਇੱਕ ਗਰੰਟਿਡ ਇਨਕਮ ਹੋਏ। ਤੇ ਕਿਤੇ ਨਾ ਕਿਤੇ ਦੇਸ਼ ਨੂੰ ਹੁਣ ਮੈਸੇਜ ਚਲਾ ਗਿਆ ਕਿ MSP ਦਾ ਇੰਪੋਰਟੈਂਸ ਇਹ ਹੈਗਾ ਕਿ ਕਿਸਾਨ ਵੀ ਜੀਵਿਤ ਰਹਿਣਾ ਚਾਹੁੰਦਾ, ਉਹ ਵੀ ਪਰਿਵਾਰ ਨੂੰ ਪਾਲਣਾ ਚਾਹੁੰਦਾ ਹੈਗਾ, ਉਹਨੂੰ ਵੀ ਸਾਨੂੰ ਇੱਕ ਗਰੰਟਿਡ ਇਨਕਮ ਦੇਣੀ ਪਏਗੀ। ਇਹ ਤਾਂ ਹੁਣ ਮੈਸੇਜ ਜਾ ਚੁੱਕਾ ਹੈ। ਔਰ ਜੇ ਜਦ ਤੱਕ ਇਹ ਮਤਲਬ ਤੁਸੀਂ ਗੱਲ ਕਰ ਹੀ ਰਹੇ ਹੈ ਕਿ ਬਿਲਡਅਪ ਹੋਣਾ ਪਬਲਿਕ ਓਪੀਨੀਅਨ, ਉਹ ਹੁਣ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਹੁਣ ਤੁਸੀਂ ਹੁਣ ਨਕਾਰਾ ਜਾਂ ਉਹਨੂੰ ਨਜ਼ਰਅੰਦਾਜ਼ ਕਰ ਸਕਦੇ ਹੋ।
ਸਰਕਾਰ ਦੀ ਨੀਅਤ ਤੇ ਤਾਂ ਸਭ ਨੂੰ ਸ਼ੱਕ ਹੈਗਾ ਹੀ ਸੀ ਪਹਿਲੇ ਦਿਨ ਤੋਂ ਹੀ ਕਿ ਸਰਕਾਰ ਚਾਹੁੰਦੀ ਨਹੀਂ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ। ਹੁਣ ਜੂਝਦਾ ਪੰਜਾਬ ਇਸ ਦੇ ਲਈ ਕਿੰਨਾ ਕੁ ਲੜੇਗਾ, ਕਿੱਥੋਂ ਤੱਕ ਇਹ ਜੰਗ ਜਾਰੀ ਰੱਖੇ? ਇਹ ਹੁਣ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ, ਤੁਸੀਂ ਸਾਥ ਦਿਓਗੇ ਕਿੰਨਾ, ਜੇ ਸਾਡੇ ਨਾਲ ਹੱਥ ਤੋਂ ਹੱਥ ਮਿਲਾ ਕੇ ਚੱਲਾਂਗੇ, ਲੋਕੀ ਕਿੰਨਾ ਉੱਠ ਕੇ ਆਉਂਦੇ ਹੈਗੇ ਆ, ਕਿੰਨਾ ਜੁਆਇਨ ਕਰਦੇ ਆ, ਉਹ ਸਾਰਾ ਕੁਝ ਮਿਲ ਜੁਲ ਕੇ ਹੀ ਹੋਏਗਾ ਨਾ। ਤਾਂ ਉਹ ਮੈਨੂੰ ਲੱਗਦਾ ਕਿ ਪ੍ਰੋਸੈਸ ਅੱਜ ਸ਼ੁਰੂ ਹੋਇਆ ਹੈ, ਤਾਂ ਅੱਗੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਕੀ ਹੁੰਦਾ। ਪਰ ਲੇਕਿਨ ਮੈਨੂੰ ਇਹ ਪੂਰੀ ਆਸ਼ਾ ਹੈਗੀ ਹੈ ਐਂਡ ਆਈ ਥਿੰਕ ਲੈਟਸ ਆਲ ਲਿਵ ਔਨ ਹੋਪ ਕਿ ਬਈ ਇਹ ਪੰਜਾਬ ਵਿੱਚ ਕਿਆ ਸਾਰੇ ਹਿੰਦੁਸਤਾਨ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਕਾਨੂੰਨੀ ਅਧਿਕਾਰ ਬਣੇਗਾ। ਇਹ ਤੁਹਾਨੂੰ ਮੈਂ ਵਿਸ਼ਵਾਸ ਨਾਲ ਕਹਿ ਸਕਦਾ। ਜੂਝਦਾ ਪੰਜਾਬ ਮੰਚ ਬਣ ਗਿਆ, ਜੂਝਦਾ ਪੰਜਾਬ ਦੇ ਨਾਲ ਜੁੜਨ ਲਈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਿਵੇਂ ਦੱਸੋਗੇ ਕਿ ਜੂਝਦਾ ਪੰਜਾਬ ਤੁਹਾਡੇ ਲਈ ਕਿਵੇਂ ਲੜ ਰਿਹਾ? ਜੂਝਦਾ ਪੰਜਾਬ ਤੁਹਾਡੇ ਵਾਸਤੇ ਹੈ, ਜੂਝਦਾ ਪੰਜਾਬ ਤੁਹਾਡੀ ਆਵਾਜ਼ ਲੈ ਕੇ ਅੱਗੇ ਜਾ ਰਿਹਾ ਹੈਗਾ। ਜੇ ਤੁਸੀਂ ਆਪਣੀ ਆਵਾਜ਼ ਅੱਗੇ ਨਹੀਂ ਬੁਲੰਦ ਕਰਨਾ ਚਾਹੁੰਦੇ, ਜਾਂ ਤੁਸੀਂ ਆਵਾਜ਼ ਆਪਣੀ ਨਹੀਂ ਦੇਣਾ ਚਾਹੁੰਦੇ ਜਾਂ ਨਹੀਂ ਖੜੇ ਹੋਣਾ ਚਾਹੁੰਦੇ, ਫਿਰ ਕਿਹਨੂੰ ਬਲੇਮ ਕਰੋਗੇ? ਸੋ ਡੋਂਟ ਬਲੇਮ ਪੋਲੀਟੀਕਲ ਪਾਰਟੀਜ਼ ਕਿ ਇਹ ਆਈ ਸੀ ਇਹਨਾਂ ਨੇ ਨੁਕਸਾਨ ਇਹ ਕੀਤਾ, ਦੂਜੀ ਆਈ ਸੀ ਉਹਨੇ ਇਹ ਨੁਕਸਾਨ ਕੀਤਾ। ਆਈ ਥਿੰਕ ਓਪਰਚੁਨਿਟੀ ਸਾਡੇ ਸਭ ਕੋਲ ਹੈਗੀ ਹੈ। ਮੇਰਾ ਤਾਂ ਇਹੀ ਕਹਿਣਾ ਕਿ ਜਿਹੜੇ ਵੀ ਸੁਣਨ ਵਾਲੇ ਹੈਗੇ ਜਾਂ ਦੇਖਣ ਵਾਲੇ ਹੈਗੇ, ਲੈਟਸ ਆਲ ਜੁਆਇਨ ਹੈਂਡਸ। ਅਸੀਂ ਇੱਕ ਔਰ ਇੱਕ 11 ਹੁੰਦਾ ਹੈਗਾ, ਔਰ ਜਦ ਆਪਾਂ ਸਾਰੇ ਇਸ ਤਰ੍ਹਾਂ ਮਿਲਾਂਗੇ ਤਾਂ ਵੀ ਵਿਲ ਬੀ ਏਬਲ ਟੂ ਚੇਂਜ ਔਰ ਵੀ ਵਿਲ ਬੀ ਏਬਲ ਟੂ ਪ੍ਰੋਵਾਈਡ ਏ ਨਿਊ ਡਾਇਰੈਕਸ਼ਨ to the countries or states ਜਿਹੜਾ ਇੱਕ ਪੋਲਿਟੀ ਹੈ ਐਂਡ ਪਲੱਸ ਟੂ ਦੀ ਇਕਨੋਮੀ। ਧੰਨਵਾਦ, ਥੈਂਕ ਯੂ ਸਰ। ਇਹ ਸਨ ਦਵਿੰਦਰ ਸ਼ਰਮਾ ਜੀ, ਗੱਲਬਾਤ ਕਰ ਰਹੇ ਸਨ, ਖੇਤੀਬਾੜੀ ਮਾਹਰ। ਕਹਿ ਰਹੇ ਨੇ ਕਿ ਜੂਝਦਾ ਪੰਜਾਬ ਇੱਕ ਮੰਚ ਤਿਆਰ ਕੀਤਾ ਗਿਆ, ਲੋਕਾਂ ਦਾ ਮੰਚ ਹੈ, ਲੋਕਾਂ ਦੇ ਲਈ ਤਿਆਰ ਕੀਤਾ ਗਿਆ। ਜਿਵੇਂ ਜਿਵੇਂ ਲੋਕ ਇਸ ਮੰਚ ਦੇ ਨਾਲ ਜੁੜਨਗੇ, ਜੂਝਦਾ ਪੰਜਾਬ ਇੱਕ ਪ੍ਰੈਸ਼ਰ ਗਰੁੱਪ ਦਾ ਕੰਮ ਕਰੇਗਾ। ਜੋ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾਏਗਾ, ਏਜੰਡਿਆਂ ਦੇ ਉੱਪਰ ਗੱਲ ਹੋਏਗੀ, ਮੁੱਦਿਆਂ ਦੇ ਉੱਪਰ ਗੱਲ ਹੋਏਗੀ, ਉਹ ਮੁੱਦੇ ਜਿਹੜੇ ਅੱਜ ਤੱਕ ਰਾਜਨੀਤਿਕ ਪਾਰਟੀਆਂ ਵਿਸਾਰਦੀਆਂ ਰਹੀਆਂ ਨੇ। ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।